ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੋਆਣਾ ਸਾਹਿਬ ਵਾਲੇ। ਇੱਕ ਦਿਨ ਦੀਵਾਨ ਦੀ ਸਮਾਪਤੀ ਤੋਂ ਬਾਅਦ ਸ਼੍ਰੀ ਸਾਂਝੀ ਮਹਾਰਾਜ ਸੰਗਤ ਨਾਲ ਪ੍ਰਸੰਨਤਾਪੂਰਵਕ ਵਚਨ ਵਿਲਾਸ ਕਰ ਰਹੇ ਸਨ। ਇਸ ਸਮੇਂ ਭਾਈ ਨੱਥਾ ਸਿੰਘ ਧਾਲੀਵਾਲ ਨੰਬਰਦਾਰ ਬਡਰੁੱਖਿਆਂ ਵਾਲੇ ਨੇ ਬੇਨਤੀ ਕੀਤੀ ਕਿ ਮਹਾਰਾਜ ਮਸਤੋਆਣਾ ਪੁਰਾਤਨ ਵਣ ਹੈ, ਜਿੱਥੇ ਸदैव ਰਿਸ਼ੀ ਮੁਨੀ ਸੰਤ ਮਹਾਤਮਾ ਭਜਨ ਸਿਮਰਨ ਤਪੱਸਿਆ ਕਰਦੇ ਰਹੇ ਹਨ। ਇੱਕ ਬ੍ਰਹਮ ਗਿਆਨੀ ਸੰਤ ਕਪਕੂ ਹੋਏ ਹਨ। ਕਪਕੂ ਦੀ ਆਵਾਜ਼ ਕੇਵਲ ਉਹ ਬੋਲਦੇ ਸਨ, ਇਸ ਵਾਸਤੇ ਉਹਨਾਂ ਦਾ ਨਾਂ ਹੀ ਕਪਕੂ ਪ੍ਰਸਿੱਧ ਹੋ ਗਿਆ। ਉਹ ਆਪਣੀ ਮੌਜ ਵਿੱਚ ਕਦੀ ਕਦੀ ਭਵਿੱਸ਼ਤ ਬਾਕ ਬੋਲਿਆ ਕਰਦੇ ਸਨ ਕਿ ਇਸ ਸਥਾਨ 'ਤੇ ਪੂਰੇ ਤੇ ਸੂਰੇ ਸੰਤ ਆਉਣਗੇ ਜੋ ਜਗਤ ਉਧਾਰ ਵਾਸਤੇ ਤੀਰਥ ਰਚਣਗੇ। ਸਾਰਾ ਦੇਸ਼ ਉਹਨਾਂ ਦੀ ਚਰਨ ਧੂੜੀ ਵਾਸਤੇ ਝੁਕੇਗਾ। ਰਾਜੇ ਮਹਾਰਾਜੇ ਘੋੜੇ ਹਾਥੀ ਫੌਜਾਂ ਸਮੇਤ ਹਾਜ਼ਰ ਹੋਣਗੇ। ਕਥਾ ਕੀਰਤਨ ਸਿੱਖੀ ਤੇ ਵਿੱਦਿਆ ਦਾ ਸੋਮਾ ਚੱਲੇਗਾ। ਉਹ ਬ੍ਰਹਮ ਜੋਤੀ ਹੋਣਗੇ। ਉਹ ਨਹਿਰਾਂ ਅਤੇ ਰੇਲਾਂ ਦੇ ਆਉਣ ਦੀ ਭਵਿੱਖਬਾਣੀ ਵੀ ਕਰਦੇ ਸਨ। ਇਸ ਸਮੇਂ ਹੀ ਸ਼੍ਰੀ ਮਨ ਸੰਤ ਬਿਸ਼ਨ ਸਿੰਘ ਜੀ ਨੇ ਹੱਥ ਜੋੜ ਕੇ ਫਰਮਾਇਆ ਕਿ ਸ਼੍ਰੀ ਮਨ ਸੰਤ ਜਗਤ ਸਿੰਘ ਜੀ ਨੇ ਇਸ ਸਥਾਨ 'ਤੇ ਸਿਮਰਨ ਭਜਨ ਤੇ ਕਠਿਨ ਘਾਲਨਾ ਘਾਲੀ ਸੀ। ਅੰਤ ਸਮੇਂ ਭਾਈ ਗੋਦਾ ਸਿੰਘ, ਸੰਤ ਗੁਲਾਬ ਸਿੰਘ, ਸੰਤ ਉੱਤਮ ਸਿੰਘ ਅਤੇ ਦਾਸ ਬਿਸ਼ਨ ਸਿੰਘ ਨੂੰ ਭਵਿੱਖਤ ਬਾਗ ਸੁਣਾਉਂਦਿਆਂ ਫਰਮਾਇਆ ਸੀ ਕਿ ਹੁਣ ਅਸੀਂ ਸਰੀਰ ਦਾ ਬ੍ਰਹਮ ਅਗਨ ਦੁਆਰਾ ਪ੍ਰੀਤਿਆਗ ਕਰਾਂਗੇ। ਤੁਸੀਂ ਉਦਾਸ ਨਹੀਂ ਹੋਣਾ। ਇੱਥੇ ਬ੍ਰਹਮ ਸਰੋਤਿਆ ਬ੍ਰਹਮਨਿਸ਼ਟ ਬ੍ਰਹਮ ਗਿਆਨੀ ਸੰਤ ਮਹਾਰਾਜ ਆਉਣਗੇ ਜੋ ਇਸ ਤੀਰਥ ਨੂੰ ਪ੍ਰਗਟ ਕਰਕੇ ਸਿੱਖੀ ਦਾ ਕੇਂਦਰ ਸਥਾਪਿਤ ਕਰਨਗੇ। ਤੁਸੀਂ ਉਹਨਾਂ ਦੀ ਸੇਵਾ ਵਿੱਚ ਉਪਸਥਿਤ ਹੋ ਜਾਣਾ। ਇਹ ਕਹਿ ਕੇ ਸੰਤ ਜਗਤ ਸਿੰਘ ਜੀ ਆਪਣੀ ਸਵੈ ਇੱਛਾ ਅਨੁਸਾਰ ਸਰੀਰ ਤਿਆਗ ਗਏ। ਸ਼੍ਰੀ ਸਾਂਝੀ ਮਹਾਰਾਜ ਨੇ ਫਰਮਾਇਆ ਕਿ ਇਹ ਸੱਤ ਹੈ, ਇਹ ਮਹਾਨ ਤੀਰਥ ਹੈ। ਇਸ ਸਥਾਨ 'ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਆਏ ਹਨ ਅਤੇ ਕਈ ਦਿਨ ਇਸ ਵਨ ਨੂੰ ਕੀਰਤਨ ਕਰਕੇ ਪਵਿੱਤਰ ਕੀਤਾ ਹੈ। ਇੱਥੋਂ ਸਤਿਗੁਰੂ ਜੀ ਨਾਨਕਿਆਣਾ ਸਾਹਿਬ ਸੰਗਰੂਰ ਨੂੰ ਚਲੇ ਗਏ ਸਨ। ਇਹ ਵਾਰਤਾਲਾਪ ਹੀ ਚੱਲ ਰਿਹਾ ਸੀ ਕਿ ਲਾਂਗਰੀ ਸਿੰਘ ਨੇ ਭੋਜਨ ਛਕਣ ਦੀ ਪ੍ਰਾਰਥਨਾ ਕੀਤੀ। ਸ਼੍ਰੀ ਸਾਂਝੀ ਮਹਾਰਾਜ ਸੰਗਤ ਸਮੇਤ ਲੰਗਰ ਵਿੱਚ ਗਏ। ਭੋਜਨ ਛਕ ਕੇ ਸੰਗਤ ਆਰਾਮ ਕਰਨ ਲੱਗੀ। ਅੰਮ੍ਰਿਤ ਵੇਲੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਸੰਗਤ ਸੇਵਾ ਵਿੱਚ ਲੀਨ ਹੋ ਗਈ। ਕੋਈ ਭੱਠੇ ਵਾਸਤੇ ਲੱਕੜੀ ਕੱਟ ਰਿਹਾ ਸੀ, ਕੋਈ ਇੱਟਾਂ ਪੱਥ ਰਿਹਾ ਸੀ, ਕੋਈ ਪੱਕੀਆਂ ਇੱਟਾਂ ਭੱਠੇ ਤੋਂ ਬਾਹਰ ਕੱਢ ਰਿਹਾ। 3 ਲੱਖ ਇੱਟ ਪੱਕ ਕੇ ਭੱਠੇ ਤੋਂ ਬਾਹਰ ਆ ਚੁੱਕੀ ਸੀ। ਗੁਰਦੁਆਰਾ ਸਾਹਿਬ ਦੀਆਂ ਨੀਹਾਂ ਖੋਦ ਕੇ ਸ਼੍ਰੀ ਸਾਂਝੀ ਮਹਾਰਾਜ ਨੇ ਆਪਣੇ ਪਾਵਨ ਹਸਤ ਕਮਲਾਂ ਨਾਲ ਸ਼ਿਲਾਨਿਆਸ ਵੀ ਰੱਖ ਦਿੱਤਾ ਕਿੰਤੂ ਪਿੰਡ ਬਹਾਦਰਪੁਰ ਸਲਾਹੀ ਕੇ ਅਗਵਾੜ ਦਾ ਕਾਲਾ ਸਿੰਘ ਅਕਾਰਨ ਹੀ ਨਾਭੇ ਪਹੁੰਚ ਕੇ ਮਹਾਰਾਜਾ ਹੀਰਾ ਸਿੰਘ ਨੂੰ ਨਿਵੇਦਨ ਪੱਤਰ ਅਰਜੀ ਦੇ ਆਇਆ ਕਿ ਮਸਤੋਆਣਾ ਦੇ ਜੰਗਲ ਵਿੱਚ ਸੰਤ ਅਤਰ ਸਿੰਘ ਜੀ ਇੱਕ ਪਿੰਡ ਬੰਨਣ ਦੀ ਸਕੀਮ ਕਰ ਰਿਹਾ ਹੈ। ਮਾਲਵੇ ਦੇ ਸਮੂਹ ਧਾੜ ਵੀ ਉਹਨਾਂ ਦੇ ਨਾਲ ਹਨ। ਕੁੱਕਿਆਂ ਦੀ ਤਰ੍ਹਾਂ ਬਹੁਤ ਵੱਡਾ ਬਲਵਾ ਉਹਨਾਂ ਦਾ ਖਤਰਾ ਹੈ। ਪੜਤਾਲ ਵਾਸਤੇ ਮਹਾਰਾਜਾ ਹੀਰਾ ਸਿੰਘ ਨੇ ਤੁਰੰਤ ਥਾਣੇਦਾਰ ਭੇਜਿਆ ਤੇ ਨਾਲ ਹੀ ਕਹਿ ਭੇਜਿਆ ਕਿ ਸੰਤ ਝਿੜੇ ਵਿੱਚ ਕੇਵਲ ਭਜਨ ਸਿਮਰਨ ਕਰਨ ਕੋਈ ਮਕਾਨ ਨਾ ਬਣਾਉਣ। ਥਾਣੇਦਾਰ ਸ਼੍ਰੀ ਸਾਂਝੀ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਨਮਸਕਾਰ ਕਰਕੇ ਮਹਾਰਾਜੇ ਦੀ ਇੱਛਾ ਬਾਰੇ ਦੱਸਿਆ। ਸ਼੍ਰੀ ਸਾਂਝੀ ਮਹਾਰਾਜ ਨੇ ਫਰਮਾਇਆ ਕਿ ਅਸੀਂ ਮਹਾਰਾਜੇ ਦੀ ਰਿਆਸਤ ਵਿੱਚ ਕੋਈ ਮਕਾਨ ਨਹੀਂ ਪਾਵਾਂਗੇ। ਜੋ ਅਸੀਂ ਸ਼ਿਲਾਨੀਸ਼ ਰੱਖ ਦਿੱਤਾ ਹੈ, ਇਹ ਇਮਾਰਤ ਸਾਡੇ ਬ੍ਰਹਮਲੀਨ ਹੋਣ ਤੋਂ ਬਾਅਦ ਬਣ ਕੇ ਤਿਆਰ ਹੋਵੇਗੀ, ਪਰ ਬਣੇਗੀ ਅਵੱਸ਼ਿਆ। ਕਾਲਾ ਸਿੰਘ ਦੀ ਕਰਤੂਤ ਦਾ ਪਤਾ ਬਡਰੁੱਖਿਆਂ ਦੀ ਸੰਗਤ ਨੂੰ ਵੀ ਲੱਗਾ। ਸੁਣਨਸਾਰ ਸੰਗਤ ਸ਼੍ਰੀ ਸਾਂਝੀ ਮਹਾਰਾਜ ਦੇ ਚਰਨਾਂ ਵਿੱਚ ਉਪਸਥਿਤ ਹੋਈ। ਨਿਮਰਤਾ ਨਾਲ ਹੱਥ ਜੋੜ ਕੇ ਆਖਿਆ, ਮਹਾਰਾਜ ਮਸਤੋਆਣੇ ਵਿੱਚ 10 ਘੁਮਾਂ ਜ਼ਮੀਨ ਸਾਡੇ ਪਿੰਡ ਦੀ ਹੈ। ਸਾਡੀ ਜ਼ਮੀਨ ਵਿੱਚ ਗੁਰੂ ਸਥਾਨ, ਲੰਗਰ, ਵਿਦਿਆਲਿਆ ਬਣਾਓ ਤੇ ਚਲਾਓ। ਰਾਜਕੀय ਤੌਰ 'ਤੇ ਵੀ ਇਹ ਜੀਨ ਦਾ ਇਲਾਕਾ ਹੈ। ਸ਼੍ਰੀ ਸਾਂਝੀ ਮਹਾਰਾਜ ਨੇ ਫਰਮਾਇਆ, ਤੁਹਾਡਾ ਵਿਚਾਰ ਸ਼ੁਭ ਹੈ, ਪਰ ਕੱਲ੍ਹ ਤੱਕ ਵਿਚਾਰ ਕਰਕੇ ਸਾਰਾ ਪਿੰਡ ਸਮੱਸਿਆ ਨਾਲ ਉਪਸਥਿਤ ਹੋਵੇ। ਸੁਣ ਕੇ ਸੰਗਤ ਵਾਪਸ ਚਲੀ ਗਈ ਅਤੇ ਦੂਸਰੇ ਦਿਨ ਸਾਰੇ ਨਗਰ ਦੇ ਬਾਲ ਬ੍ਰਿਧ ਮਾਈ ਭਾਈ 5 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਹਾਜ਼ਰ ਹੋਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕੀਤੀ ਗਈ ਅਤੇ ਗੁਰੂ ਸਥਾਨ ਸਥਾਪਨ ਕਰਨ ਵਾਸਤੇ ਪਿੰਡ ਬਡਰੁੱਖਿਆਂ ਦੀ ਸੀਮਾ ਦਾ ਮਸਤੋਆਣੇ ਦਾ ਹਿੱਸਾ ਸ਼੍ਰੀ ਸਾਂਝੀ ਮਹਾਰਾਜ ਨੂੰ ਭੇਟ ਕੀਤਾ। ਇਸ ਸਮੇਂ ਸ਼੍ਰੀ ਸਾਂਝੀ ਮਹਾਰਾਜ ਇੱਕ ਮੁਹੂਰਤ ਤੱਕ ਨੇਤਰ ਬੰਦ ਕਰਕੇ ਸਮਾਧੀ ਸਿਰ ਬੈਠੇ ਰਹੇ। ਜਿਸ ਥਾਂ 'ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਬਿਰਾਜੇ ਸਨ, ਉਸ ਥਾਂ 'ਤੇ ਅਰਦਾਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਬਾਕ ਲੈ ਕੇ ਨੀਂਹ ਪਟਾਈ। ਕਾਲਾ ਸਿੰਘ ਦੀ ਮਨਮੁਖਤਾ ਦਾ ਬਹਾਦਰਪੁਰ ਦੀ ਸੰਗਤ ਨੂੰ ਵੀ ਪਤਾ ਲੱਗਾ। ਮਹਾਰਾਜਾ ਹੀਰਾ ਸਿੰਘ ਨੂੰ ਬਹਾਦਰਪੁਰ ਦੀ ਪੰਚਾਇਤ ਨੇ ਸਹੀ ਹਾਲਾਤ ਤੋਂ ਜਾਣੂ ਕਰਨ ਵਾਸਤੇ ਵਿਸਥਾਰਪੂਰਵਕ ਸਾਰੇ ਪਿੰਡ ਕੋਲੋਂ ਪੱਤਰ ਲਿਖਿਆ। ਮਸਤੋਆਣਾ ਸਾਹਿਬ ਦਾ ਕੁੰਭ ਉਸੇ ਤਰ੍ਹਾਂ ਜਾਰੀ ਰਿਹਾ। ਦੂਰ ਦੂਰ ਤੱਕ ਦੇ ਪਿੰਡਾਂ ਤੋਂ ਸੰਗਤ ਆ ਕੇ ਸੇਵਾ ਵਿੱਚ ਹਿੱਸਾ ਪਾਉਂਦੀ। ਜਦੋਂ ਇੱਟ ਕਈ ਲੱਖ ਦੀ ਗਿਣਤੀ ਵਿੱਚ ਪੱਕ ਕੇ ਤਿਆਰ ਹੋ ਗਈ ਤਾਂ ਸ਼੍ਰੀ ਸਾਂਝੀ ਮਹਾਰਾਜ ਦੀ ਆਗਿਆ ਨਾਲ ਚੂਨਾ ਬਣਾਉਣ ਵਾਸਤੇ ਰੋੜਾਂ ਦੀ ਕਢਾਈ ਆਰੰਭ ਕੀਤੀ ਗਈ। ਇਸ ਤਰ੍ਹਾਂ ਰੋੜਾਂ ਦੇ ਗੱਡੇ ਆਉਣ ਲੱਗੇ ਅਤੇ ਚੂਨੇ ਦੀਆਂ ਭੱਠੀਆਂ ਲੱਗਣ ਲੱਗੀਆਂ। ਸੇਵਾ ਹੋਰ ਵੀ ਉਤਸ਼ਾਹ ਨਾਲ ਹੋਣ ਲੱਗੀ। ਐਸੇ ਸੰਤ ਬਾਬਾ ਅਤਰ ਸਿੰਘ ਜੀ ਮਸਤੋਆਣਾ ਸਾਹਿਬ ਵਾਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।